ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਗਲੋਬਲ ਇਨਸਾਈਟ ਪੰਜਾਬੀ ਦੇ ਵਿੱਚ। ਦੋਸਤੋ, ਅੱਜ ਅਸੀਂ ਇੱਕ ਅਜਿਹੇ ਵਿਸ਼ੇ ਤੇ ਡੂੰਘਾਈ ਨਾਲ ਗੱਲ ਕਰਨ ਜਾ ਰਹੇ ਹਾਂ ਜੋ ਸੈਂਕੜੇ ਹਜ਼ਾਰਾਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਾਈਫ ਨੂੰ ਪ੍ਰਭਾਵਿਤ ਕਰਦਾ ਹੈ। ਕੈਨੇਡਾ, ਜਿਸ ਨੂੰ ਅਕਸਰ ਓਪਰਚੁਨਿਟੀਜ਼, ਇਕੁਐਲਿਟੀ ਐਜੂਕੇਸ਼ਨ ਅਤੇ ਪ੍ਰੋਗਰੈਸਿਵ ਇਮੀਗ੍ਰੇਸ਼ਨ ਨੀਤੀ ਦੀ ਧਰਤੀ ਵਜੋਂ ਜਾਣਿਆ ਜਾਂਦਾ ਹੈ। ਕਈ ਤਰੀਕਿਆਂ ਨਾਲ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਟ੍ਰੈਪ ਵਾਂਗ ਜਾਪਦਾ ਹੈ। ਆਓ ਇੱਕ ਨਜ਼ਰ ਮਾਰੀਏ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਸਿਸਟਮ ਇੰਟਰਨੈਸ਼ਨਲ ਸਟੂਡੈਂਟਸ ਨਾਲ ਕੀਤੇ ਵਾਅਦਿਆਂ ਨੂੰ ਪੂਰਾ ਕਿਉਂ ਨਹੀਂ ਕਰ ਪਾ ਰਿਹਾ। ਸਭ ਤੋਂ ਪਹਿਲਾਂ ਅਸੀਂ ਗੱਲ ਕਰਦੇ ਹਾਂ ਟਿਊਸ਼ਨ ਫੀਸ ਸਟਰਕਚਰ ਤੇ, ਜਿਸ ਤੇ ਕੈਨੇਡਾ ਦੀਆਂ ਯੂਨੀਵਰਸਿਟੀਜ਼ ਤੇ ਕਾਲਜਸ ਨੇ ਕੈਸ਼ ਕਾਊ ਸਟ੍ਰੈਟੇਜੀ ਅਪਣਾਈ ਹੋਈ ਹੈ। ਯੂਨੀਵਰਸਿਟੀਆਂ ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਸ਼ ਕਰ ਰਹੀਆਂ ਹਨ, ਜੋ ਕਿ ਬਹੁਤ ਜ਼ਿਆਦਾ ਟਿਊਸ਼ਨ ਫੀ ਪੇ ਕਰਦੇ ਹਨ। ਅਕਸਰ ਲੋਕਲ ਸਟੂਡੈਂਟ ਜੋ ਕਿ ਕੈਨੇਡੀਅਨ ਸਿਟੀਜ਼ਨ ਹਨ, ਉਹਨਾਂ ਨਾਲੋਂ ਇੰਟਰਨੈਸ਼ਨਲ ਸਟੂਡੈਂਟਸ 3 ਤੋਂ 5 ਗੁਣਾ ਵੱਧ ਫੀਸ ਪੇ ਕਰਦੇ ਹਨ। ਉਦਾਹਰਨ ਲਈ, ਜਦੋਂ ਕਿ ਇੱਕ ਕੈਨੇਡੀਅਨ ਸਿਟੀਜ਼ਨ ਸਾਲਾਨਾ $6500 ਫੀ ਪੇ ਕਰਦਾ ਹੈ, ਉੱਥੇ ਹੀ ਇੱਕ ਇੰਟਰਨੈਸ਼ਨਲ ਸਟੂਡੈਂਟ ਬਿਲਕੁਲ ਉਸੇ ਪ੍ਰੋਗਰਾਮ ਦੇ ਲਈ 20 ਤੋਂ 40,000 ਕੈਨੇਡੀਅਨ ਡਾਲਰ ਪੇ ਕਰਦਾ ਹੈ। ਇੱਕ ਬਹੁਤ ਵੱਡਾ ਵੈਲ ਸਟਰਕਚਰਡ, ਸੋਚਿਆ ਸਮਝਿਆ ਹੋਇਆ ਬਿਜ਼ਨਸ ਮਾਡਲ ਹੈ, ਨਾ ਕਿ ਇਕੁਐਲਿਟੀ ਤੇ ਬਣਾਇਆ ਗਿਆ ਐਜੂਕੇਸ਼ਨ ਸਿਸਟਮ। 2023 ਵਿੱਚ ਕੈਨੇਡਾ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 8 ਲੱਖ ਤੋਂ ਵੱਧ ਸੀ, ਜੋ ਉਹਨਾਂ ਨੂੰ ਪਬਲਿਕ ਤੇ ਪ੍ਰਾਈਵੇਟ ਦੋਵੇਂ ਹੀ ਸੰਸਥਾਵਾਂ ਲਈ ਰੈਵਨਿਊ ਦਾ ਇੱਕ ਇੰਪੋਰਟੈਂਟ ਸੋਰਸ ਬਣਾਉਂਦੀਆਂ ਹਨ। ਪਰ ਇੱਥੇ ਕੈਚ ਹੈ, ਕੈਨੇਡਾ ਦੇ ਯੂਨੀਵਰਸਿਟੀਆਂ ਅਤੇ ਕਾਲਜ ਵਿਦੇਸ਼ਾਂ ਵਿੱਚ ਇੰਟਰਸਟਿੰਗ ਤਰੀਕੇ ਨਾਲ ਆਪਣੇ ਆਪ ਦੀ ਮਾਰਕੀਟਿੰਗ ਕਰ ਰਹੇ ਹਨ, ਇਹ ਚੰਗੀ ਤਰ੍ਹਾਂ ਜਾਣਦੇ ਹੋਏ ਕਿ ਇਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਨੂੰ ਚੈਲੰਜਸ ਦਾ ਸਾਹਮਣਾ ਕਰਨਾ ਪਵੇਗਾ, ਜਿਨ੍ਹਾਂ ਨਾਲ ਡੀਲ ਕਰਨ ਲਈ ਕੈਨੇਡੀਅਨ ਸਿਸਟਮ ਤਿਆਰ ਨਹੀਂ ਹੈ। ਕੈਨੇਡਾ ਇੱਕ ਗੈਰ ਵਾਜਬ ਸੁਪਨਾ ਵੇਚ ਰਿਹਾ ਹੈ, ਇਹ ਜਾਣਦੇ ਹੋਏ ਕਿ ਉਹ ਨੌਕਰੀਆਂ, ਰਿਹਾਇਸ਼ ਜਾਂ ਸਪੋਰਟ ਪ੍ਰੋਵਾਈਡ ਨਹੀਂ ਕਰ ਸਕਦਾ, ਜਿਨ੍ਹਾਂ ਦੀ ਇਹਨਾਂ ਸਟੂਡੈਂਟਸ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਲੋੜ ਪਵੇਗੀ। ਸੋ ਇੱਥੇ ਇੰਟਰਨੈਸ਼ਨਲ ਸਟੂਡੈਂਟਸ ਲਈ ਸਭ ਤੋਂ ਵੱਡਾ ਸੈਲਿੰਗ ਪੁਆਇੰਟ ਗ੍ਰੈਜੂਏਸ਼ਨ ਤੋਂ ਬਾਅਦ ਨੌਕਰੀਆਂ ਦੀ ਓਪਰਚੁਨਿਟੀਜ਼ ਦਾ ਵਾਧਾ ਹੈ। ਹਾਲਾਂਕਿ ਇਹਨਾਂ ਵਿੱਚੋਂ ਬਹੁਤ ਸਾਰੇ ਸਟੂਡੈਂਟਸ ਲਈ ਕੈਨੇਡੀਅਨ ਜੌਬ ਮਾਰਕੀਟ ਇੱਕ ਡਰਾਉਣਾ ਸੁਪਨਾ ਬਣ ਗਈ ਹੈ। ਅਸਲੀਅਤ ਇਹ ਹੈ ਕਿ ਕੈਨੇਡਾ ਨੂੰ ਕੁਝ ਲੇਬਰ ਗੈਪ ਭਰਨ ਲਈ ਇੰਟਰਨੈਸ਼ਨਲ ਸਟੂਡੈਂਟਸ ਦੀ ਜ਼ਰੂਰਤ ਹੈ, ਖਾਸ ਕਰਕੇ ਲੋ ਸੈਲਰੀ ਵਾਲੀਆਂ ਨੌਕਰੀਆਂ ਵਿੱਚ। ਇਹ ਉਹਨਾਂ ਨੂੰ ਆਪਣੇ ਐਜੂਕੇਸ਼ਨ ਫੀਲਡ ਦੇ ਨਾਲ ਰਿਲੇਟਡ ਵਾਈਟ ਕਾਲਰ ਜੌਬਸ ਜਾਂ ਹਾਈ ਸੈਲਰੀ ਜੌਬਸ ਗ੍ਰੈਬ ਕਰਨ ਵਿੱਚ ਕੋਈ ਸਪੋਰਟ ਨਹੀਂ ਕਰਦਾ। ਇੱਕ ਰਿਪੋਰਟ ਦੇ ਮੁਤਾਬਿਕ 40% ਤੋਂ ਵੱਧ ਇੰਟਰਨੈਸ਼ਨਲ ਗ੍ਰੈਜੂਏਟ ਆਪਣੀ ਸਟੱਡੀ ਫੀਲਡ ਨਾਲ ਸੰਬੰਧਿਤ ਨੌਕਰੀ ਲੱਭਣ ਵਿੱਚ ਮੁਸ਼ਕਿਲ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਵਿੱਚੋਂ ਜ਼ਿਆਦਾਤਰ ਘੱਟ ਤਨਖਾਹ ਪਾਰਟ ਟਾਈਮ ਨੌਕਰੀਆਂ ਜਿਵੇਂ ਊਬਰ ਡਰਾਈਵਰ, ਵੇਅਰਹਾਊਸ ਵਰਕਰਸ ਜਾਂ ਫਿਰ ਫੂਡ ਡਿਲੀਵਰੀ ਵਿੱਚ ਕੰਮ ਕਰਦੇ ਹਨ, ਜੋ ਕਿ ਉਹਨਾਂ ਦੀ ਕੁਆਲੀਫਿਕੇਸ਼ਨ ਤੋਂ ਬਹੁਤ ਘੱਟ ਲੈਵਲ ਵਾਲੀਆਂ ਪੋਜੀਸ਼ਨਸ ਹਨ। ਸੋ ਸਟੂਡੈਂਟਸ ਨੂੰ ਹਾਈ ਕਲਾਸ ਜੌਬ ਦੇ ਸੁਪਨੇ ਦਿਖਾ ਕੇ ਮਹਿੰਗੀਆਂ ਡਿਗਰੀਆਂ ਤਾਂ ਵੇਚੀਆਂ ਜਾਂਦੀਆਂ ਹਨ, ਬਟ ਯੂਨੀਵਰਸਿਟੀਜ਼ ਵੱਲੋਂ ਪੈਸਾ ਕਮਾਉਣ ਤੋਂ ਬਾਅਦ ਸਟੂਡੈਂਟ ਨੂੰ ਲੋ ਵੇਜਿਸ ਜੌਬ ਵੱਲ ਧੱਕ ਦਿੱਤਾ ਜਾਂਦਾ ਹੈ। ਕੈਨੇਡਾ ਲਾਜ਼ਮੀ ਤੌਰ ਤੇ ਇਹਨਾਂ ਸਟੂਡੈਂਟਸ ਦਾ ਸਸਤੇ ਲੇਬਰ ਵਜੋਂ ਸ਼ੋਸ਼ਣ ਕਰ ਰਿਹਾ ਹੈ ਅਤੇ ਉਹਨਾਂ ਨੂੰ ਸਿਰਫ ਰੋਜ਼ੀ ਰੋਟੀ ਕਮਾਉਣ ਦੀ ਖਾਤਰ ਇਹਨਾਂ ਨੌਕਰੀਆਂ ਨੂੰ ਕਰਨ ਲਈ ਮਜਬੂਰ ਕਰ ਰਿਹਾ ਹੈ। ਇਸ ਤੋਂ ਵੀ ਮਾੜੀ ਗੱਲ ਇਹ ਹੈ ਕਿ ਕੈਨੇਡਾ ਵਿੱਚ ਬਹੁਤ ਸਾਰੀਆਂ ਕੰਪਨੀਆਂ ਕੈਨੇਡੀਅਨ ਵਰਕ ਐਕਸਪੀਰੀਅੰਸ ਨੂੰ ਤਰਜੀਹ ਦਿੰਦੀਆਂ ਹਨ, ਜਿਸ ਦਾ ਮਤਲਬ ਹੈ ਕਿ ਕੈਨੇਡੀਅਨ ਡਿਗਰੀ ਹੋਣ ਦੇ ਬਾਵਜੂਦ ਇੰਟਰਨੈਸ਼ਨਲ ਸਟੂਡੈਂਟਸ ਭੇਦਭਾਵ ਦਾ ਸ਼ਿਕਾਰ ਹੋ ਰਹੇ ਹਨ। ਇਹ ਸਿਸਟਮ ਇੰਟਰਨੈਸ਼ਨਲ ਸਟੂਡੈਂਟਸ ਨਾਲ ਸਕੈਮ ਦੀ ਤਰ੍ਹਾਂ ਹੈ। ਲੱਖਾਂ ਪੈਸੇ ਲਾ ਕੇ ਕੈਨੇਡੀਅਨ ਡਿਗਰੀ ਤਾਂ ਦੇ ਦਿੱਤੀ ਜਾਂਦੀ ਹੈ, ਜਦ ਜੌਬ ਦੇਣ ਦਾ ਟਾਈਮ ਆਉਂਦਾ ਹੈ ਤਾਂ ਕੈਨੇਡੀਅਨ ਐਕਸਪੀਰੀਅੰਸ ਨਾ ਹੋਣ ਕਰਕੇ ਸਟੂਡੈਂਟਸ ਨੂੰ ਰਿਜੈਕਸ਼ਨ ਮਿਲਦਾ ਹੈ ਅਤੇ ਲੋ ਲੇਬਰ ਜੌਬਸ ਕਰਨ ਤੇ ਮਜਬੂਰ ਹੋਣਾ ਪੈਂਦਾ ਹੈ। ਇਸ ਦੇ ਨਾਲ ਕੈਨੇਡਾ ਵਿੱਚ ਅਸੀਂ ਜੇਕਰ ਸਟੂਡੈਂਟਸ ਦੀ ਇੱਕ ਹੋਰ ਮੁਸ਼ਕਿਲ ਦੀ ਗੱਲ ਕਰੀਏ ਤਾਂ ਉਹ ਹੈ ਕੈਨੇਡਾ ਵਿੱਚ ਰਿਹਾਇਸ਼ੀ ਸੰਕਟ, ਜਿੱਥੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਗੁੰਮਰਾਹ ਕੀਤਾ ਜਾਂਦਾ ਹੈ। ਟੋਰਾਂਟੋ, ਵੈਨਕੂਵਰ ਅਤੇ ਮੌਂਟਰੀਅਲ ਵਰਗੇ ਸ਼ਹਿਰ ਜਿੱਥੇ ਜ਼ਿਆਦਾਤਰ ਇੰਟਰਨੈਸ਼ਨਲ ਸਟੂਡੈਂਟ ਵਸਦੇ ਹਨ, ਉੱਥੇ ਹੀ ਟੋਰਾਂਟੋ ਵਿੱਚ ਇੱਕ ਬੈੱਡਰੂਮ ਵਾਲੇ ਅਪਾਰਟਮੈਂਟ ਨੂੰ ਕਿਰਾਏ ਤੇ ਲੈਣ ਦੀ ਐਵਰੇਜ ਕਿਰਾਇਆ $2500 ਪਰ ਮੰਥ ਹੈ। ਇਹ ਰਕਮ ਜੋ ਅਕਸਰ ਪਾਰਟ ਟਾਈਮ ਨੌਕਰੀਆਂ ਕਰਨ ਵਾਲੇ ਸਟੂਡੈਂਟਸ ਦੀ ਮੰਥਲੀ ਇਨਕਮ ਤੋਂ ਵੀ ਜ਼ਿਆਦਾ ਹੈ, ਜਿਸ ਕਰਕੇ ਸਟੂਡੈਂਟਸ ਨੂੰ ਭੀੜ ਭੜੱਕੇ ਵਾਲੇ, ਅਸੁਰੱਖਿਅਤ ਜਾਂ ਘਟੀਆ ਹਾਲਾਤਾਂ ਵਿੱਚ ਰਹਿਣ ਲਈ ਮਜਬੂਰ ਹੋਣਾ ਪੈਂਦਾ ਹੈ। ਦਰਅਸਲ ਇੰਟਰਨੈਸ਼ਨਲ ਸਟੂਡੈਂਟਸ ਲਾਲਚੀ ਮਕਾਨ ਮਾਲਕਾਂ ਲਈ ਇੱਕ ਆਸਾਨ ਸ਼ਿਕਾਰ ਬਣ ਜਾਂਦੇ ਹਨ, ਜੋ ਨਵੇਂ ਆਏ ਸਟੂਡੈਂਟਸ ਦੀ ਲੋਕਲ ਨੌਲੇਜ ਦੀ ਕਮੀ ਅਤੇ ਰਿਹਾਇਸ਼ ਲੱਭਣ ਦੀ ਤੁਰੰਤ ਲੋੜ ਦਾ ਫਾਇਦਾ ਉਠਾਉਂਦੇ ਹਨ। ਬਹੁਤ ਸਾਰੇ ਸਟੂਡੈਂਟਸ ਕਈ ਰੂਮਮੇਟ ਨਾਲ ਸਾਂਝੇ ਅਪਾਰਟਮੈਂਟ ਵਿੱਚ ਇੱਕ ਬੈੱਡ ਕਿਰਾਏ ਤੇ ਲੈਣ ਲਈ $800 ਤੋਂ $1000 ਕਿਰਾਇਆ ਭਰਦੇ ਹਨ ਤੇ ਉੱਥੇ ਕੁਝ ਲੋਕ ਗੈਰ ਕਾਨੂੰਨੀ ਬੇਸਮੈਂਟਾਂ ਜਾਂ ਅਨਫਰਨਿਸ਼ਡ ਬੇਸਮੈਂਟਾਂ ਵਿੱਚ ਰਹਿਣ ਲਈ ਵੀ ਮਜਬੂਰ ਹੋ ਜਾਂਦੇ ਹਨ, ਜਿੱਥੇ ਕੋਈ ਰਸੋਈ ਵੀ ਨਹੀਂ ਹੁੰਦੀ ਐਂਡ ਇਸ ਤੋਂ ਬਿਹਤਰ ਫੈਸਿਲਿਟੀਜ਼ ਸਟੂਡੈਂਟ ਅਫੋਰਡ ਨਹੀਂ ਕਰ ਸਕਦੇ। ਕੈਨੇਡਾ ਦਾ ਰਿਹਾਇਸ਼ੀ ਸੰਕਟ ਜਾਂ ਹਾਊਸਿੰਗ ਕ੍ਰਾਈਸਿਸ ਸਿਰਫ ਸਟੂਡੈਂਟ ਦੇ ਲਈ ਇੱਕ ਸਮੱਸਿਆ ਨਹੀਂ ਹੈ, ਬਲਕਿ ਇਹ ਇੱਕ ਰਾਸ਼ਟਰੀ ਸਮੱਸਿਆ ਬਣ ਚੁੱਕੀ ਹੈ।
ਪਰ ਇੰਟਰਨੈਸ਼ਨਲ ਸਟੂਡੈਂਟ ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ, ਕਿਉਂਕਿ ਦੇਸ਼ ਹਰ ਸਾਲ ਹਜ਼ਾਰਾਂ ਹੋਰ ਸਟੂਡੈਂਟਸ ਨੂੰ ਦਾਖਲਾ ਦੇਣਾ ਜਾਰੀ ਰੱਖ ਰਿਹਾ ਹੈ। ਤੇ ਕੈਨੇਡਾ ਵਿੱਚ ਸਟੂਡੈਂਟਸ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸਾਨੂੰ ਇੱਕ ਵਾਰ ਕੈਨੇਡਾ ਦੇ ਵਿੱਚ ਪ੍ਰਾਈਵੇਟ ਕਾਲਜਿਸ ਤੇ ਵੀ ਨਿਗਾਹ ਮਾਰ ਲੈਣੀ ਚਾਹੀਦੀ ਹੈ। ਇਹ ਕਾਲਜਿਸ ਜੋ ਕਿ ਪਬਲਿਕ ਯੂਨੀਵਰਸਿਟੀ ਦੇ ਰੂਲ ਐਂਡ ਰੈਗੂਲੇਸ਼ਨ ਦੇ ਅੰਡਰ ਨਹੀਂ ਆਉਂਦੇ, ਪਰ ਫਿਰ ਵੀ ਇਹ ਇੱਕ ਪਬਲਿਕ ਯੂਨੀਵਰਸਿਟੀ ਦੇ ਬਰਾਬਰ ਫੀਸ ਲੈਂਦੇ ਹਨ ਅਤੇ ਅਕਸਰ ਲੋ ਕਲਾਸ ਐਜੂਕੇਸ਼ਨ ਪ੍ਰੋਵਾਈਡ ਕਰਦੇ ਹਨ। ਬਹੁਤ ਸਾਰੇ ਪ੍ਰਾਈਵੇਟ ਕਾਲਜਿਸ ਸਟੂਡੈਂਟਸ ਨੂੰ ਸਟੀਕ ਮਾਰਕੀਟਿੰਗ ਨਾਲ ਆਪਣਾ ਨਿਸ਼ਾਨਾ ਬਣਾਉਂਦੇ ਹਨ, ਝਟਪਟ ਮਿਲਦੀਆਂ ਡਿਗਰੀਆਂ ਅਤੇ PR ਲਈ ਆਸਾਨ ਰਸਤੇ ਦਾ ਵਾਅਦਾ ਕਰਦੇ ਹਨ। ਹਾਲਾਂਕਿ ਅਸਲੀਅਤ ਇਸ ਤੋਂ ਬਹੁਤ ਦੂਰ ਹੈ। ਇਹਨਾਂ ਪ੍ਰਾਈਵੇਟ ਕਾਲਜਾਂ ਦੇ ਗ੍ਰੈਜੂਏਟ ਨੂੰ ਅਕਸਰ ਜੌਬ ਮਾਰਕੀਟ ਵਿੱਚ ਉਹਨਾਂ ਦੀਆਂ ਡਿਗਰੀਆਂ ਦੀ ਬਹੁਤ ਘੱਟ ਵੈਲਿਊ ਮਿਲਦੀ ਹੈ ਅਤੇ ਬਹੁਤ ਸਾਰੇ ਜਾਂ ਤਾਂ ਬੇਰੁਜ਼ਗਾਰ ਹੋ ਜਾਂਦੇ ਹਨ ਜਾਂ ਘੱਟ ਤਨਖਾਹ ਵਾਲੀਆਂ ਨੌਕਰੀਆਂ ਵਿੱਚ ਫਸ ਜਾਂਦੇ ਹਨ, ਜਿਨ੍ਹਾਂ ਲਈ ਸ਼ਾਇਦ ਕਿਸੇ ਡਿਗਰੀ ਦੀ ਵੀ ਲੋੜ ਨਹੀਂ ਪੈਂਦੀ। ਇੱਕ ਡਾਟਾ ਅਨੁਸਾਰ ਪ੍ਰਾਈਵੇਟ ਕਾਲਜਾਂ ਦੇ 25% ਇੰਟਰਨੈਸ਼ਨਲ ਗ੍ਰੈਜੂਏਟ ਜਾਂ ਤਾਂ ਬੇਰੁਜ਼ਗਾਰ ਹਨ ਜਾਂ ਗੰਭੀਰ ਤੌਰ ਤੇ ਘੱਟ ਤਨਖਾਹ ਵਾਲੀਆਂ ਜੌਬਸ ਕਰਨ ਤੇ ਮਜਬੂਰ ਨੇ। ਤੇ ਇਹ ਸਭ ਦੇ ਵਿੱਚ ਹੋਰ ਵੀ ਮੰਦਭਾਗੀ ਗੱਲ ਇਹ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਸਿਸਟਮ ਇਹਨਾਂ ਪ੍ਰਾਈਵੇਟ ਕਾਲਜਿਸ ਨੂੰ ਵਧਣ ਫੁੱਲਣ ਦੀ ਆਗਿਆ ਦਿੰਦਾ ਹੈ। ਇੱਕ ਅਜਿਹਾ ਸਿਨੈਰੀਓ ਪੈਦਾ ਕਰਦਾ ਹੈ ਜਿੱਥੇ ਸਟੂਡੈਂਟ ਕਰਜ਼ੇ ਦੇ ਕਦੇ ਨਾ ਖਤਮ ਹੋਣ ਵਾਲੇ ਚੱਕਰ ਵਿੱਚ ਫਸ ਜਾਂਦੇ ਹਨ, ਤੇ ਇਹ ਸਭ ਸਿਰਫ PR ਦੀ ਝੂਠੀ ਉਮੀਦ ਦੇ ਵਿੱਚ। ਐਂਡ ਜੇਕਰ ਅਸੀਂ PR ਦੀ ਗੱਲ ਕਰੀਏ ਤਾਂ PR ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਦਾ ਅਲਟੀਮੇਟ ਗੋਲ ਹੈ, ਪਰ ਸੱਚਾਈ ਇਹ ਹੈ ਕਿ ਕੈਨੇਡਾ ਦਾ PR ਸਿਸਟਮ ਇੱਕ ਜੂਆ ਹੈ ਜਿਸ ਵਿੱਚ ਸਫਲ ਹੋਣ ਦੀ ਕੋਈ ਗਾਰੰਟੀ ਨਹੀਂ ਹੈ। ਇਹ ਪ੍ਰੋਸੈਸ ਇੱਕ ਪੁਆਇੰਟ ਸਿਸਟਮ ਤੇ ਬੇਸਡ ਹੈ ਜੋ ਕੰਮ ਦੇ ਤਜਰਬੇ, ਭਾਸ਼ਾ, ਸਕਿੱਲਸ ਅਤੇ ਜੌਬ ਆਫਰਸ ਤੇ ਡਿਪੈਂਡ ਕਰਦਾ ਹੈ। ਹਾਲਾਂਕਿ ਕੈਨੇਡਾ ਵਿੱਚ ਪੜ੍ਹਾਈ ਕਰਨ ਨਾਲ ਸਟੂਡੈਂਟਸ ਨੂੰ ਕੁਝ ਪੁਆਇੰਟ ਤਾਂ ਮਿਲ ਜਾਂਦੇ ਹਨ, ਪਰ ਅਕਸਰ ਇਹ ਪੁਆਇੰਟ PR ਪਾਉਣ ਲਈ ਕਾਫੀ ਨਹੀਂ ਹੁੰਦੇ ਜਦੋਂ ਤੱਕ ਕਿ ਸਟੂਡੈਂਟਸ ਹਾਈਲੀ ਸਕਿੱਲਡ ਜੌਬਸ ਨਹੀਂ ਕਰਦੇ। 2023 ਵਿੱਚ PR ਲਈ ਅਪਲਾਈ ਕਰਨ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਵਿੱਚੋਂ ਸਿਰਫ 23% PR ਲੈਣ ਵਿੱਚ ਸਫਲ ਹੋਏ। ਜੇ ਡੇਟਾ ਦੇਖੀਏ ਤਾਂ ਹਰ ਸਾਲ 5 ਲੱਖ ਤੋਂ ਵੱਧ PR ਐਪਲੀਕੇਸ਼ਨਸ ਜਮ੍ਹਾਂ ਕੀਤੀਆਂ ਜਾਂਦੀਆਂ ਹਨ ਅਤੇ ਸਿਰਫ ਕੁਝ ਹਿੱਸਾ ਹੀ ਲੋਕਾਂ ਦਾ PR ਪਾਉਣ ਵਿੱਚ ਸਫਲ ਹੁੰਦਾ ਹੈ। ਇਸ ਤੋਂ ਇਲਾਵਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ, ਜੋ ਕਿ ਸਟੂਡੈਂਟ ਨੂੰ ਗ੍ਰੈਜੂਏਸ਼ਨ ਤੋਂ ਬਾਅਦ 3 ਸਾਲ ਤੱਕ ਕੰਮ ਕਰਨ ਦੀ ਆਗਿਆ ਦਿੰਦਾ ਹੈ, ਇਸ ਦੇ ਬਾਵਜੂਦ ਵੀ ਸਟੂਡੈਂਟਸ PR ਲੈਣ ਲਈ ਪੁਆਇੰਟਸ ਨੂੰ ਪੂਰਾ ਨਹੀਂ ਕਰ ਪਾਉਂਦੇ ਅਤੇ ਡਿਪਰੈਸ਼ਨ, ਐਂਗਜ਼ਾਇਟੀ ਤੇ ਫਾਈਨੈਂਸ਼ੀਅਲ ਇਨਸਟੇਬਿਲਿਟੀ ਦਾ ਸ਼ਿਕਾਰ ਹੁੰਦੇ ਹਨ। ਇਸ ਨਾਲ ਰਿਲੇਟਡ ਸਾਨੂੰ ਕੈਨੇਡਾ ਵਿੱਚ ਸਟੂਡੈਂਟ ਪ੍ਰੋਟੈਸਟ ਵੀ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿੱਚ ਸਟੂਡੈਂਟਸ ਦੇ ਐਜੂਕੇਸ਼ਨ ਅਤੇ ਉਸ ਤੋਂ ਬਾਅਦ 3 ਸਾਲ ਦੇ ਵਰਕ ਪਰਮਿਟ ਵੀ ਖਤਮ ਹੋਣ ਤੇ ਆ ਚੁੱਕੇ ਹਨ, ਬਟ ਕੋਈ ਹਾਈਲੀ ਸਕਿੱਲਡ ਜੌਬ ਨਾ ਮਿਲਣ ਕਰਕੇ ਉਹਨਾਂ ਦੇ PR ਪੁਆਇੰਟਸ ਇਹਨਾਂ 3 ਸਾਲਾਂ ਵਿੱਚ ਵੀ ਪੂਰੇ ਨਹੀਂ ਹੋ ਸਕੇ, ਜਿਸ ਕਾਰਨ ਆਉਣ ਵਾਲੇ ਸਮੇਂ ਵਿੱਚ ਹੋ ਸਕਦਾ ਹੈ ਕਿ ਉਹਨਾਂ ਸਟੂਡੈਂਟਸ ਨੂੰ ਕੈਨੇਡਾ ਛੱਡਣਾ ਪਵੇ। ਇਸ ਸਭ ਦੇ ਵਿੱਚ ਉਹਨਾਂ ਵੱਲੋਂ ਕੈਨੇਡਾ ਵਿੱਚ ਐਜੂਕੇਸ਼ਨ, ਅਕੋਮੋਡੇਸ਼ਨ ਅਤੇ ਰਹਿਣ ਬਸੇਰੇ ਤੇ ਜੋ ਇਨਵੈਸਟਮੈਂਟ ਕੀਤੀ ਗਈ ਸੀਗੀ, ਉਹ 3 ਸਾਲ ਦੇ ਵਰਕ ਪਰਮਿਟ ਵਿੱਚ ਵੀ ਰਿਕਵਰ ਨਹੀਂ ਹੋ ਪਾਉਂਦੀ ਤੇ ਮੁਲਕ ਛੱਡਣ ਲਈ ਮਜਬੂਰ ਹੋਣਾ ਪੈਂਦਾ ਹੈ, ਜੋ ਕਿ ਇਹਨਾਂ ਸਟੂਡੈਂਟਸ ਲਈ ਇੱਕ ਇਮੀਗ੍ਰੇਸ਼ਨ ਟ੍ਰੈਪ ਤੋਂ ਘੱਟ ਨਹੀਂ ਹੈ। ਐਂਡ 3 ਸਾਲ ਦੇ ਵਰਕ ਪਰਮਿਟ ਖਤਮ ਹੋਣ ਤੋਂ ਬਾਅਦ ਜੇਕਰ ਕੋਈ ਸਟੂਡੈਂਟ ਆਪਣੇ ਵਰਕ ਪਰਮਿਟ ਦੀ ਮਿਆਦ ਵਧਾਉਣਾ ਚਾਹੁੰਦਾ ਹੈ ਤਾਂ ਉਹਨਾਂ ਨੂੰ ਇੰਪਲੋਇਰਸ ਵੱਲੋਂ LMIs ਦੀ ਲੋੜ ਪੈਂਦੀ ਹੈ, ਜਿਨ੍ਹਾਂ ਨੂੰ ਅਗੇਨ ਇੰਪਲੋਇਰਸ ਵੱਲੋਂ ਹਾਈ ਰੇਟਾਂ ਦੇ ਉੱਪਰ ਸਟੂਡੈਂਟਸ ਨੂੰ ਵੇਚਿਆ ਜਾਂਦਾ ਹੈ। ਲੱਖਾਂ ਰੁਪਏ ਫੀਸ 'ਚ ਭਰਨ ਤੋਂ ਬਾਅਦ ਵੀ ਸਟੂਡੈਂਟਸ ਨੂੰ ਇਸ ਪੁਆਇੰਟ ਤੇ ਕੈਨੇਡੀਅਨ ਸਿਸਟਮ ਵੱਲੋਂ ਲੁੱਟਿਆ ਜਾਂਦਾ ਹੈ। ਸਮੱਸਿਆ ਇਹ ਹੈ ਕਿ ਕੈਨੇਡਾ ਆਪਣੀਆਂ ਫੰਡਾਮੈਂਟਲ ਸਟਰਕਚਰ ਦੀਆਂ ਫੰਡਾਮੈਂਟਲ ਸਮੱਸਿਆਵਾਂ ਨੂੰ ਠੀਕ ਕੀਤੇ ਬਿਨਾਂ ਇਮੀਗ੍ਰੇਸ਼ਨ ਗੋਲਸ ਨੂੰ ਹਰ ਸਾਲ ਵਧਾਉਂਦਾ ਰਹਿੰਦਾ ਹੈ। ਇਸ ਦਾ ਮਤਲਬ ਹੈ ਵਧੇਰੇ ਮੁਕਾਬਲਾ, ਘੱਟ ਨੌਕਰੀਆਂ ਦੇ ਮੌਕੇ ਅਤੇ PR ਲਈ ਇੱਕ ਮੁਸ਼ਕਲ ਰਸਤਾ। ਕਈਆਂ ਲਈ ਕੈਨੇਡਾ ਵਿੱਚ ਰਹਿਣ ਦਾ ਸੁਪਨਾ ਹੌਲੀ-ਹੌਲੀ ਪਹੁੰਚ ਤੋਂ ਬਾਹਰ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟਸ ਨੂੰ ਇੱਕ ਅਜਿਹੇ ਦੇਸ਼ ਵਿੱਚ ਫੂਡ ਇਨਸਿਕਿਉਰਿਟੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਜੋ ਆਪਣੇ ਆਪ ਨੂੰ ਲੈਂਡ ਆਫ ਓਪਰਚੁਨਿਟੀਜ਼ ਵੱਲੋਂ ਪ੍ਰਮੋਟ ਕਰਦਾ ਹੈ। 2023 ਦੇ ਇੱਕ ਸਰਵੇ ਵਿੱਚ ਪਾਇਆ ਗਿਆ ਹੈ ਕਿ 30% ਇੰਟਰਨੈਸ਼ਨਲ ਸਟੂਡੈਂਟਸ ਰੈਗੂਲਰਲੀ ਫੂਡ ਬੈਂਕਾਂ ਦੀ ਵਰਤੋਂ ਕਰਦੇ ਹਨ, ਕਿਉਂਕਿ ਉਹ ਵਧਦੀਆਂ ਹੋਈਆਂ ਕੀਮਤਾਂ ਕਾਰਨ ਬੁਨਿਆਦੀ ਲੋੜਾਂ ਦਾ ਖਰਚਾ ਵੀ ਨਹੀਂ ਚੁੱਕ ਸਕਦੇ। ਇਸ ਬਾਰੇ ਸੋਚੋ, ਕੈਨੇਡਾ ਦੇ ਵਿੱਚ ਰਾਸ਼ਨ ਦੀਆਂ ਕੀਮਤਾਂ ਵਿੱਚ ਪਿਛਲੇ ਕੁਝ ਸਮੇਂ ਵਿੱਚ 9.8% ਦਾ ਵਾਧਾ ਹੋਇਆ ਹੈ ਅਤੇ ਬਹੁਤ ਸਾਰੇ ਸਟੂਡੈਂਟ ਜੋ ਪਹਿਲਾਂ ਹੀ ਕਿਰਾਏ ਅਤੇ ਟਿਊਸ਼ਨ ਫੀਸ ਦੇ ਬੋਝ ਹੇਠਾਂ ਦੱਬੇ ਹੋਏ ਹਨ, ਉਹਨਾਂ ਦਾ ਇਸ ਵੱਧਦੀ ਹੋਈ ਮਹਿੰਗਾਈ ਨਾਲ ਗੁਜ਼ਾਰਾ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਸਿਰਫ ਜਿਉਂਦੇ ਰਹਿਣ ਲਈ ਫੂਡ ਬੈਂਕ ਅਤੇ ਕਮਿਊਨਿਟੀ ਸਪੋਰਟ ਤੇ ਨਿਰਭਰ ਕਰ ਰਹੇ ਹਨ। ਇਹ ਸਭ ਖੁਸ਼ਹਾਲੀ ਅਤੇ ਓਪਰਚੁਨਿਟੀਜ਼ ਅਤੇ ਸੁਨਹਿਰੇ ਭਵਿੱਖ ਦੀ ਇਮੇਜ ਜੋ ਕੈਨੇਡਾ ਪੇਸ਼ ਕਰਦਾ ਹੈ, ਉਸ ਦੇ ਬਿਲਕੁਲ ਉਲਟ ਹੈ। ਐਂਡ ਇੱਥੇ ਇੱਕ ਹੋਰ ਮੁਸ਼ਕਿਲ ਜਿਸ ਦੀ ਅਸੀਂ ਗੱਲ ਕਰਾਂਗੇ ਉਹ ਹੈ ਕੈਨੇਡਾ ਦਾ ਹੈਲਥ ਕੇਅਰ ਸਿਸਟਮ, ਜੋ ਸਟੂਡੈਂਟਸ ਲਈ ਫਿਰ ਤੋਂ ਸਿਰਦਰਦ ਬਣਦਾ ਹੈ।
ਐਂਡ ਜੇਕਰ ਅਸੀਂ ਕੈਨੇਡਾ ਦਾ ਪਬਲਿਕ ਹੈਲਥ ਸਿਸਟਮ ਬਾਰੇ ਗੱਲ ਕਰੀਏ ਤਾਂ ਉਹ ਵੀ ਸਟੂਡੈਂਟਸ ਦੇ ਲਈ ਇੱਕ ਚੈਲੰਜ ਤੋਂ ਘੱਟ ਨਹੀਂ ਹੈ। ਕੈਨੇਡਾ ਦਾ ਪਬਲਿਕ ਹੈਲਥ ਕੇਅਰ ਸਿਸਟਮ ਜੋ ਕਦੇ ਵਿਸ਼ਵ ਪੱਧਰ ਤੇ ਸਰਾਹਿਆ ਜਾਂਦਾ ਸੀ, ਹੁਣ ਆਪਣੀ ਤੇਜ਼ੀ ਨਾਲ ਵੱਧ ਰਹੀ ਆਬਾਦੀ ਦੇ ਦਬਾਅ ਹੇਠਾਂ ਢਹਿ ਢੇਰੀ ਹੁੰਦਾ ਨਜ਼ਰ ਆ ਰਿਹਾ ਹੈ। ਕੈਨੇਡੀਅਨ ਸਿਟੀਜ਼ਨ ਵਾਂਗ ਇੰਟਰਨੈਸ਼ਨਲ ਸਟੂਡੈਂਟਸ ਨੂੰ ਮੁਫਤ ਜਾਂ ਕਿਫਾਇਤੀ ਹੈਲਥ ਕੇਅਰ ਤੱਕ ਪਹੁੰਚ ਦਾ ਵਾਅਦਾ ਕੀਤਾ ਜਾਂਦਾ ਹੈ, ਹਾਲਾਂਕਿ ਅਸਲ ਹਕੀਕਤ ਇਸ ਵਾਅਦਿਆਂ ਤੋਂ ਬਹੁਤ ਦੂਰ ਹੈ। 5 ਵਿੱਚੋਂ ਇੱਕ ਕੈਨੇਡੀਅਨ ਵਸਨੀਕ, ਭਾਵੇਂ ਉਹ ਇੰਟਰਨੈਸ਼ਨਲ ਸਟੂਡੈਂਟ ਹੋਵੇ ਜਾਂ ਕੈਨੇਡੀਅਨ ਸਿਟੀਜ਼ਨ, ਫੈਮਿਲੀ ਡਾਕਟਰ ਦੀ ਘਾਟ ਅਤੇ ਹੈਲਥ ਕੇਅਰ ਪ੍ਰੋਫੈਸ਼ਨਲਸ ਦੀ ਵੱਧ ਰਹੀ ਕਮੀ ਦੇ ਨਾਲ ਅਕਸਰ ਬੇਸਿਕ ਮੈਡੀਕਲ ਹੈਲਪ ਲਈ ਮਹੀਨਿਆਂ ਦੀ ਉਡੀਕ ਕਰਦੇ ਹਨ। ਉਦਾਹਰਨ ਵਜੋਂ ਓਨਟਾਰੀਓ ਵਿੱਚ ਇੱਕ ਸਪੈਸ਼ਲਿਸਟ ਨੂੰ ਮਿਲਣ ਲਈ ਐਵਰੇਜ ਵੇਟਿੰਗ ਟਾਈਮ 20 ਤੋਂ 30 ਹਫ਼ਤਿਆਂ ਦਾ ਹੁੰਦਾ ਹੈ, ਜੋ ਕਿ ਸਿਹਤ ਸੰਬੰਧੀ ਮੁਸ਼ਕਲਾਂ ਨਾਲ ਜੂਝ ਰਹੇ ਲੋਕਾਂ ਵਾਸਤੇ ਇੱਕ ਕਦੇ ਨਾ ਖਤਮ ਹੋਣ ਵਾਲੀ ਉਡੀਕ ਵਰਗਾ ਹੈ। ਇਸ ਤੋਂ ਇਲਾਵਾ ਇੰਟਰਨੈਸ਼ਨਲ ਸਟੂਡੈਂਟਸ ਲਈ ਪ੍ਰੋਵਿੰਸ ਲੈਵਲ ਦੇ ਹੈਲਥ ਇੰਸ਼ੋਰੈਂਸ ਪਲਾਨ ਵੀ ਅਕਸਰ ਸੀਮਤ ਹੁੰਦੇ ਹਨ, ਜਿਨ੍ਹਾਂ ਵਿੱਚ ਕਿ ਮੇਨ ਤੇ ਇੰਪੋਰਟੈਂਟ ਮੈਡੀਕਲ ਸਰਵਿਸਿਜ਼ ਇੰਸ਼ੋਰੈਂਸ ਪਲਾਨ ਵਿੱਚ ਇਨਕਲੂਡ ਨਹੀਂ ਹੁੰਦੀਆਂ, ਜਿਸ ਨਾਲ ਉਹਨਾਂ ਨੂੰ ਜ਼ਰੂਰੀ ਇਲਾਜਾਂ ਲਈ ਜੇਬ ਵਿੱਚੋਂ ਪੈਸੇ ਭਰਨੇ ਪੈਂਦੇ ਹਨ। ਇਹ ਉਹਨਾਂ ਦੇ ਪਹਿਲਾਂ ਤੋਂ ਹੀ ਹੈਵੀ ਫਾਈਨੈਂਸ਼ੀਅਲ ਬਰਡਨ, ਜਿਨ੍ਹਾਂ ਵਿੱਚ ਹਜ਼ਾਰਾਂ ਨਹੀਂ ਤਾਂ ਸੈਂਕੜੇ ਡਾਲਰ ਜੋੜ ਦਿੰਦਾ ਹੈ। ਉਦਾਹਰਨ ਦੇ ਲਈ ਦੰਦਾਂ ਦੀ ਦੇਖਭਾਲ, ਮੈਂਟਲ ਹੈਲਥ ਸਰਵਿਸਿਜ਼ ਅਤੇ ਡਾਕਟਰ ਦੁਆਰਾ ਪ੍ਰਿਸਕ੍ਰਾਈਬਡ ਮੈਡੀਸਿਨਸ ਨੂੰ ਅਕਸਰ ਕਵਰ ਨਹੀਂ ਕੀਤਾ ਜਾਂਦਾ, ਜਿਸ ਨਾਲ ਸਟੂਡੈਂਟਸ ਨੂੰ ਆਪਣੀ ਸਿਹਤ ਅਤੇ ਕਿਰਾਏ ਜਾਂ ਰਾਸ਼ਨ ਦੇ ਵਿਚਕਾਰ ਚੋਣ ਕਰਨ ਲਈ ਮਜਬੂਰ ਹੋਣਾ ਪੈਂਦਾ ਹੈ। ਆਖਰ ਵਿੱਚ ਕੈਨੇਡਾ ਇੰਟਰਨੈਸ਼ਨਲ ਸਟੂਡੈਂਟਸ ਨਾਲ ਕੀਤਿਆਂ ਗਿਆ ਵਾਅਦਿਆਂ ਤੇ ਖਰਾ ਨਹੀਂ ਉਤਰ ਰਿਹਾ। ਦੇਸ਼ ਦੀਆਂ ਪਾਲਿਸੀਜ਼ ਇਸ ਤਰ੍ਹਾਂ ਬਣਾਈਆਂ ਗਈਆਂ ਹਨ ਕਿ ਉਹ ਸਿੱਖਿਆ, ਨੌਕਰੀ ਦੇ ਮੌਕੇ ਅਤੇ PR ਦੇ ਵਾਅਦਿਆਂ ਨਾਲ ਸਟੂਡੈਂਟਸ ਨੂੰ ਆਕਰਸ਼ਿਤ ਕਰ ਸਕਣ, ਪਰ ਹਕੀਕਤ ਵਿੱਚ ਸਿਸਟਮ ਉਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਣ ਦੇ ਕਾਬਿਲ ਨਹੀਂ ਹੈ। ਕੈਨੇਡਾ ਦੀਆਂ ਯੂਨੀਵਰਸਿਟੀਆਂ ਇੰਟਰਨੈਸ਼ਨਲ ਸਟੂਡੈਂਟਸ ਤੋਂ ਮੋਟਾ ਪ੍ਰੋਫਿਟ ਕਮਾਉਂਦੀਆਂ ਹਨ। ਇੰਟਰਨੈਸ਼ਨਲ ਸਟੂਡੈਂਟਸ ਨੂੰ ਕੈਨੇਡਾ ਦੀ ਅਰਥ ਵਿਵਸਥਾ ਨੂੰ ਉੱਪਰ ਚੁੱਕਣ ਲਈ ਵੀ ਵਰਤਿਆ ਜਾ ਰਿਹਾ ਹੈ, ਪਰ ਇੰਟਰਨੈਸ਼ਨਲ ਸਟੂਡੈਂਟਸ ਦੇ ਫਿਊਚਰ ਦੀ ਗੱਲ ਆਉਂਦੀ ਹੈ ਤਾਂ ਕੈਨੇਡਾ ਦੇ ਸਾਰੇ ਵਾਅਦੇ, ਉਹ ਪਰਫੈਕਟ ਕੰਟਰੀ ਇਮੇਜ ਵਿਦ ਲੋਟ ਆਫ ਓਪਰਚੁਨਿਟੀਜ਼, ਸਭ ਝੂਠੇ ਪੈ ਜਾਂਦੇ ਹਨ ਤੇ ਸਟੂਡੈਂਟਸ ਨੂੰ ਉਹਨਾਂ ਦੇ ਹਾਲ ਤੇ ਛੱਡ ਦਿੱਤਾ ਜਾਂਦਾ ਹੈ। ਕੈਨੇਡਾ ਨੂੰ ਆਪਣੀ ਇਮੀਗ੍ਰੇਸ਼ਨ ਅਤੇ ਐਜੂਕੇਸ਼ਨ ਪਾਲਿਸੀਜ਼ ਤੇ ਮੁੜ ਵਿਚਾਰ ਕਰਨ ਦੀ ਜ਼ਰੂਰਤ ਹੈ, ਇਸ ਤੋਂ ਪਹਿਲਾਂ ਕਿ ਕੈਨੇਡਾ ਉਹਨਾਂ ਇਮੀਗ੍ਰੈਂਟਸ ਨੂੰ ਦੂਰ ਕਰੇ ਜਿਹੜੇ ਕਿ ਕੈਨੇਡਾ ਦੀ ਇਕਨੋਮੀ ਦੇ ਵਿੱਚ ਇੱਕ ਬਹੁਤ ਵੱਡਾ ਕੰਟਰੀਬਿਊਸ਼ਨ ਕਰਦੇ ਹਨ। ਪਾਲਿਸੀ ਮੇਕਰਸ ਲਈ ਇਹ ਸਵੀਕਾਰ ਕਰਨ ਦਾ ਸਮਾਂ ਆ ਗਿਆ ਹੈ ਕਿ ਇੰਟਰਨੈਸ਼ਨਲ ਸਟੂਡੈਂਟਸ ਸਿਰਫ ਕੈਸ਼ ਕਾਊ ਨਹੀਂ ਹਨ, ਇਹ ਸੁਪਨਿਆਂ, ਇੱਛਾਵਾਂ ਅਤੇ ਇਕੁਅਲ ਰਾਈਟਸ ਵਾਲੇ ਲੋਕ ਹਨ। ਜੇ ਕੈਨੇਡਾ ਫਿਊਚਰ ਵਿੱਚ ਸਟੂਡੈਂਟਸ ਦੇ ਲਈ ਟੌਪ ਡੈਸਟੀਨੇਸ਼ਨ ਬਣਨਾ ਚਾਹੁੰਦਾ ਹੈ ਤਾਂ ਉਸ ਨੂੰ ਅਕੋਮੋਡੇਸ਼ਨ, ਜੌਬ ਓਪਰਚੁਨਿਟੀਜ਼ ਅਤੇ ਇੱਕ ਫੇਅਰ ਇਮੀਗ੍ਰੇਸ਼ਨ ਸਿਸਟਮ ਵਿੱਚ ਨਿਵੇਸ਼ ਕਰਨਾ ਚਾਹੀਦਾ ਹੈ। ਬਾਕੀ ਜਿੱਥੇ ਕੈਨੇਡਾ ਗਵਰਨਮੈਂਟ ਨੂੰ ਆਪਣੀਆਂ ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਇੰਪਰੂਵ ਐਂਡ ਫੇਅਰ ਕਰਨ ਦੀ ਲੋੜ ਹੈ, ਉੱਥੇ ਹੀ ਸਟੂਡੈਂਟਸ ਤੇ ਉਹਨਾਂ ਦੇ ਪੇਰੈਂਟਸ ਦੀ ਵੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਸੁਪਨਿਆਂ ਦੇ ਦੇਸ਼ ਦੀ ਚੋਣ ਵੈਲ ਰਿਸਰਚ ਇਨਫੋਰਮੇਸ਼ਨ ਤੇ ਬੇਸਡ ਕਰਨ, ਜਿੱਥੇ ਕਿ ਉਹ ਦੇਸ਼ ਦੀ ਇਮੀਗ੍ਰੇਸ਼ਨ ਪਾਲਿਸੀਜ਼, ਜੌਬ ਮਾਰਕੀਟ ਐਂਡ ਓਪਰਚੁਨਿਟੀਜ਼ ਤੋਂ ਬਖੂਬੀ ਜਾਣੂ ਹੋਣ। ਬਾਕੀ ਉਮੀਦ ਕਰਦੇ ਹਾਂ ਕਿ ਇਹ ਵੀਡੀਓ ਤੁਹਾਡੇ ਲਈ ਇਨਫੋਰਮੇਟਿਵ ਹੋਏਗੀ। ਥੈਂਕਸ ਫॉर ਵਾਚਿੰਗ। ਸਟੇ ਸੇਫ, ਸਟੇ ਇਨਫॉर्म्ड।